ਹੈਲੋ एवरीवन। ਅੱਜ ਅਸੀਂ ਪੜਨ ਜਾ ਰਹੇ ਹਾਂ ਲੈਸਨ ਨੰਬਰ 1 ਦਾ ਫਾਰਮ ਹਾਊਸ ਕਾਊਜ਼। ਫਾਰਮ ਹਾਊਸ ਉਹ ਹਾਊਸ ਹੈ ਜਿਹੜਾ ਫਾਰਮ ਤੇ ਬਣਿਆ ਹੁੰਦਾ ਹੈ ਤੇ ਫਾਰਮ ਦਾ ਮਤਲਬ ਕੀ ਹੁੰਦਾ ਹੈ? ਇੱਕ ਇਹੋ ਜਿਹਾ ਏਰੀਆ ਜਿੱਥੇ ਫੀਲਡਸ ਹੁੰਦੇ ਨੇ, ਖੇਤੀ ਕੀਤੀ ਜਾਂਦੀ ਹੈ, ਜਿੱਥੇ ਐਨੀਮਲਸ ਨੂੰ ਰੱਖਿਆ ਜਾਂਦਾ ਹੈ ਤੇ ਕਿਸਾਨ ਆਪ ਵੀ ਰਹਿੰਦਾ ਹੈ। ਇਹੋ ਜਿਹੀ ਥਾਂ ਨੂੰ ਆਪਾਂ ਫਾਰਮ ਕਹਿੰਦੇ ਹਾਂ। ਠੀਕ ਹੈ। ਫਾਰਮ ਹਾਊਸ ਅਕਸਰ ਖੁੱਲੀਆਂ ਥਾਵਾਂ ਤੇ ਬਣਾਏ ਜਾਂਦੇ ਹਨ ਤੇ ਪਿੰਡਾਂ ਦੇ ਵਿੱਚ ਹੁੰਦੇ ਹਨ। ਇਹ ਲੈਸਨ ਕਾਊਜ਼ ਦੇ ਬਾਰੇ ਹੈ, ਇਹੋ ਜਿਹੀ ਕਾਊਜ਼ ਜਿਨ੍ਹਾਂ ਨੂੰ ਫਾਰਮ ਹਾਊਸ ਦੇ ਵਿੱਚ ਰੱਖਿਆ ਗਿਆ ਹੈ। ਇਹ ਲੈਸਨ ਸਾਨੂੰ ਦੱਸਦਾ ਹੈ ਕਿ ਕਾਊਜ਼ ਦੀ ਸਾਡੀ ਲਾਈਫ 'ਚ ਕਿੰਨੀ ਇੰਪੋਰਟੈਂਸ ਹੁੰਦੀ ਹੈ। ਸੋ ਵਿਦਆਊਟ ਐਨੀ ਫਰਦਰ ਡੇ ਲੈਟਸ ਸਟਾਰਟ ਦ ਲੈਸਨ। ਰਾਜਿੰਦਰ ਗॉट ਵੈਰੀ ਹੈਪੀ that his parents had bought a farm in a village। ਰਾਜਿੰਦਰ ਬਹੁਤ ਖੁਸ਼ ਹੋਇਆ ਕਿ ਉਸਦੇ ਪੇਰੈਂਟਸ ਨੇ ਇੱਕ ਫਾਰਮ ਖਰੀਦਿਆ ਹੈ ਵਿਲੇਜ ਦੇ ਵਿੱਚ, ਪਿੰਡ ਦੇ ਵਿੱਚ। ਵੇਅਰ ਦੇ ਵਰ ਮੂਵਿੰਗ ਫਰੋਮ ਅ ਸਿਟੀ, ਜਿੱਥੇ ਕਿ ਉਹ ਮੂਵ ਕਰ ਰਹੇ ਸਨ, ਸ਼ਿਫਟ ਕਰ ਰਹੇ ਸਨ। ਕਿੱਥੋਂ ਦੀ? ਸਿਟੀ ਤੋਂ। ਇਟ ਵਾਜ਼ ਸੋ ਡਿਫਰੈਂਟ, ਇਹ ਬਹੁਤ ਹੀ ਡਿਫਰੈਂਟ ਸੀ, ਅਲੱਗ ਸੀ। ਦੇਰ ਵਰ ਸਮॉल ਗ੍ਰੀਨ ਲੇਨਸ, ਪਿੰਡ ਦੇ ਵਿੱਚ ਕੀ ਸਨ? ਫਾਰਮ ਹਾਊਸ ਦੇ ਵਿੱਚ ਕੀ ਸਨ? ਸਮॉल, ਬਹੁਤ ਛੋਟੀਆਂ ਛੋਟੀਆਂ ਗ੍ਰੀਨ ਹਰੀਆਂ ਭਰੀਆਂ ਲੇਨਸ ਸਨ। ਲੇਨਸ ਕਹਿੰਦੇ ਨੇ ਪਿੰਡਾਂ 'ਚ ਬਣੀਆਂ ਹੋਈਆਂ ਤੰਗ ਸੜਕਾਂ ਨੂੰ। ਇੰਸਟੈਡ ਆਫ ਬਿਜ਼ੀ ਸਟਰੀਟਸ, ਨਾ ਕਿ ਉੱਥੇ ਸ਼ਹਿਰਾਂ ਵਾਂਗੂ ਬਿਜ਼ੀ ਸਟਰੀਟਸ ਸਨ। ਬਿਜ਼ੀ ਸਟਰੀਟਸ ਜਿੱਥੇ ਬਹੁਤ ਜ਼ਿਆਦਾ ਭੀੜ ਭਾੜ ਹੁੰਦੀ ਹੈ, ਇਹੋ ਜਿਹੀਆਂ ਸਟਰੀਟਸ। ਉੱਥੇ ਬਿਗ ਟਰੀਜ਼ ਸਨ ਇੰਸਟੈਡ ਆਫ ਟਾਲ ਬਿਲਡਿੰਗਸ, ਉੱਥੇ ਲੰਮੀਆਂ ਲੰਮੀਆਂ ਬਿਲਡਿੰਗ ਤਾਂ ਨਹੀਂ ਸੀ ਸ਼ਹਿਰ ਵਾਂਗੂ, ਪਰ ਉੱਥੇ ਬਿਗ ਟਰੀਜ਼ ਸਨ, ਵੱਡੇ ਵੱਡੇ ਟਰੀਜ਼ ਸਨ। ਇੰਸਟੈਡ ਆਫ ਵਰਡ ਬਾਰ-ਬਾਰ ਆਇਆ, ਜਿਸ ਦਾ ਮਤਲਬ ਹੁੰਦਾ ਹੈ ਦੀ ਬਜਾਏ, ਮਤਲਬ ਇਸ ਦੀ ਬਜਾਏ ਏ ਸੀ, ਉਸ ਦੀ ਬਜਾਏ ਏ ਸੀ। ਐਂਡ ਅ ਲੋਟ ਆਫ ਐਨੀਮਲ ਐਂਡ ਬਰਡਸ, ਤੇ ਬਹੁਤ ਸਾਰੇ ਐਨੀਮਲਸ ਵੀ ਸੀ ਤੇ ਬਰਡਸ ਵੀ ਸੀ। ਰਾਜਿੰਦਰ ਕਾਊਂਟਡ ਦ ਐਨੀਮਲਸ ਐਂਡ ਸੈਡ ਟੂ ਹਿਜ਼ ਮਦਰ, ਰਾਜਿੰਦਰ ਨੇ ਸਾਰੇ ਐਨੀਮਲਸ ਨੂੰ ਕਾਊਂਟ ਕੀਤਾ ਤੇ ਆਪਣੀ ਮਦਰ ਨੂੰ ਕਿਹਾ, there are 32 goats in the fields। ਫੀਲਡ ਦੇ ਵਿੱਚ 32 goats ਨੇ, ਬੱਕਰੀਆਂ ਨੇ। and 6 little kids, ਤੇ ਉਹਨਾਂ ਦੇ 6 ਬੱਚੇ ਵੀ ਨੇ। mom said Rajinder to his mother, and there are 9 horses at the farm, ਤੇ ਫਾਰਮ ਦੇ ਵਿੱਚ 9 ਘੋੜੇ ਨੇ। and I saw 2 rabbits this morning, ਤੇ ਅੱਜ ਸਵੇਰੇ ਹੀ ਮੈਂ 2 ਖਰਗੋਸ਼ ਵੀ ਦੇਖੇ ਨੇ। this morning ਮਤਲਬ ਅੱਜ ਦੀ ਹੀ ਸਵੇਰ। and about 12 ducks, ਤੇ 12 ਬੱਤਕਾਂ ਵੀ। I could not count them properly because they would not stay still in one place। ਮੈਂ ਉਹਨਾਂ ਨੂੰ ਪ੍ਰੋਪਰਲੀ ਨਹੀਂ ਕਾਊਂਟ ਕਰ ਪਾਇਆ, ਬੱਤਕਾਂ ਨੂੰ, ਕਿਉਂਕਿ ਉਹ ਸਟਿਲ ਹੋ ਕੇ, ਸਟਿਲ ਮਤਲਬ ਹੁੰਦਾ ਬਿਨਾਂ ਹਿਲੇ ਡੁਲੇ, ਵਿਦਾਊਟ ਐਨੀ ਮੂਵਮੈਂਟ, ਸਟਿਲ ਹੋ ਕੇ ਇੱਕ ਥਾਂ ਤੇ ਨਹੀਂ ਸਨ, ਮਤਲਬ ਉਹ ਇੱਧਰ ਉੱਧਰ ਜਾ ਰਹੀਆਂ ਸਨ। The hens would also not stay still। ਸੇਮ ਬੱਤਕਾਂ ਦੀ ਤਰ੍ਹਾਂ ਹੈਂਸ ਵੀ ਉਹ ਚੰਗੀ ਤਰੀਕੇ ਨਾਲ ਕਾਊਂਟ ਨਹੀਂ ਕਰ ਪਾਇਆ, ਕਿਉਂਕਿ ਹੈਂਸ ਵੀ ਇੱਕ ਥਾਂ ਤੇ ਨਹੀਂ ਟਿਕਦੀਆਂ ਪਈਆਂ ਸਨ, ਸਟਿਲ ਹੋ ਕੇ ਨਹੀਂ ਬੈਠੀਆਂ ਹੋਈਆਂ ਸਨ ਜਾਂ ਨਹੀਂ ਖੜੀਆਂ ਹੋਈਆਂ ਸਨ, ਇੱਧਰ ਉੱਧਰ ਭੱਜ ਰਹੀਆਂ ਸਨ। What about the cows? said his mother। ਉਸਦੀ ਮਦਰ ਨੇ ਪੁੱਛਿਆ ਕਿ ਕਾਊਜ਼ ਦੇ ਬਾਰੇ ਕੀ, ਮਤਲਬ ਤੂੰ ਕਾਊਜ਼ ਨਹੀਂ ਕਾਊਂਟ ਕੀਤੀਆਂ? Have you counted those? ਕੀ ਤੂੰ ਉਹਨਾਂ ਨੂੰ ਵੀ ਕਾਊਂਟ ਕੀਤਾ ਹੈ? I don't like cows, said Rajinder। ਰਾਜਿੰਦਰ ਨੇ ਕਿਹਾ ਕਿ ਮੈਨੂੰ ਕਾਊਜ਼ ਪਸੰਦ ਨਹੀਂ ਹਨ। They have big horns and they roar at me। ਉਹਨਾਂ ਦੇ ਬਹੁਤ ਵੱਡੇ ਵੱਡੇ ਸੀਂਗ, ਹੌਰਨਸ ਮੀਨ ਸੀਂਗ ਲੱਗੇ ਹੁੰਦੇ ਨੇ ਤੇ ਉਹ ਰੋਰ ਕਰਦੀਆਂ ਨੇ। ਰੋਰ ਕਰਨਾ ਮਤਲਬ ਹੁੰਦਾ ਹੈ ਦਹਾੜਨਾ, ਗਰਜਣਾ। Oh no, said his mother, lions roar, cows only moo। ਮਦਰ ਨੇ ਕਿਹਾ ਕਿ ਲਾਇਨਸ ਰੋਰ ਕਰਦੇ ਨੇ, ਸ਼ੇਰ ਗਰਜਦੇ ਨੇ, ਕਾਊਸ ਤਾਂ ਸਿਰਫ ਜਿਹੜੀ ਹੈ ਉਹ ਮੂੰਹ ਕਰਦੀ ਹੈ, ਆਵਾਜ਼ ਆਉਂਦੀ ਨਾ ਉਹਨੇ ਖਾਂਦੇ ਵਕਤ ਜਾਂ ਵੈਸੇ ਵੀ ਮੂੰਹ ਦੀ। ਠੀਕ ਹੈ। ਬਾਏ ਦ ਵੇ LION ਨੂੰ ਲॉयन ਨਹੀਂ ਪੜ੍ਹਨਾ ਹੈ, ਤੁਸੀਂ ਲਾਇਨ ਪੜ੍ਹਨਾ ਹੈ। ਪ੍ਰੋਨੰਸੀਏਸ਼ਨ ਦਾ ਧਿਆਨ ਰੱਖਿਆ ਕਰੋ। ਠੀਕ ਹੈ। ਵੈਲ ਇਟ ਸਾਊਂਡਸ ਜਸਟ ਲਾਈਕ ਲਾਇਨਸ ਟੂ ਮੀ। ਰਾਜਿੰਦਰ ਨੇ ਕਿਹਾ ਪਰ ਮੈਨੂੰ ਤਾਂ ਇਹ ਇੱਦਾਂ ਹੀ ਲੱਗਦਾ ਹੈ ਜਿਵੇਂ ਕਿ ਲਾਇਨਸ ਦੀ ਸਾਊਂਡ ਨਿਕਲ ਰਹੀ ਹੋਵੇ। ਆਈ ਡੋਂਟ ਲਾਈਕ ਦ ਕਾਊਜ਼ ਐਟ ਆਲ, ਮੈਨੂੰ ਬਿਲਕੁਲ ਵੀ ਨਹੀਂ ਪਸੰਦ ਹੈ। ਨੋਟ ਐਟ ਆਲ ਮਤਲਬ ਹੁੰਦਾ ਬਿਲਕੁਲ ਵੀ ਨਹੀਂ, ਮੈਨੂੰ ਬਿਲਕੁਲ ਕਾਊਜ਼ ਪਸੰਦ ਨਹੀਂ ਨੇ। ਦੇ ਆਰ ਬੈਡ, ਉਹ ਬਹੁਤ ਬੁਰੀਆਂ ਹੁੰਦੀਆਂ ਨੇ। ਨੋ ਦੇ ਆਰ ਵੈਰੀ ਗੁੱਡ ਫਰੈਂਡਸ। ਉਸਦੀ ਮਦਰ ਨੇ ਕਿਹਾ ਕਿ ਉਹ ਬਹੁਤ ਚੰਗੀਆਂ ਫਰੈਂਡਸ ਹੁੰਦੀਆਂ ਨੇ, ਚੰਗੀ ਦੋਸਤ ਹੁੰਦੀਆਂ ਨੇ। ਦੇ ਗਿਵ ਅਸ ਡਿਲੀਸ਼ੀਅਸ ਗਿਫਟਸ। ਡਿਲੀਸ਼ੀਅਸ ਹੁੰਦਾ ਹੈ ਟੇਸਟੀ, ਉਹ ਸਾਨੂੰ ਬਹੁਤ ਹੀ ਟੇਸਟੀ ਟੇਸਟੀ ਗਿਫਟ ਦਿੰਦੀਆਂ ਨੇ। ਸ਼ੀ ਟੁਕ ਡਾਊਨ ਅ ਜੱਗ ਆਫ ਮਿਲਕ। ਫਿਰ ਉਹ ਇੱਕ ਪੂਰਾ ਜੱਗ ਲੈ ਆਈ ਮਿਲਕ ਨਾਲ ਭਰਿਆ ਹੋਇਆ। ਸ਼ੀ ਪੋਰਡ ਇਟ ਇਨਟੂ ਅ ਮਗ। ਉਹਨਾਂ ਨੇ ਮਗ ਦੇ ਵਿੱਚ ਪੋਰ ਕੀਤਾ। ਪੋਰ ਕਰਨਾ ਹੁੰਦਾ ਹੈ ਕਿਸੇ ਲਿਕਵਿਡ ਚੀਜ਼ ਨੂੰ ਇੱਕ ਭਾਂਡੇ ਤੋਂ ਦੂਸਰੇ ਭਾਂਡੇ ਦੇ ਵਿੱਚ ਜਦੋਂ ਅਸੀਂ ਪਾਉਂਦੇ ਹਾਂ, ਇੱਕ ਬਰਤਨ ਤੋਂ ਦੂਜੇ ਬਰਤਨ ਦੇ ਵਿੱਚ, ਉਸਨੂੰ ਪੋਰ ਕਰਨਾ ਕਹਿੰਦੇ ਨੇ। ਉਹਨਾਂ ਨੇ ਉਹ ਮਗ ਦੇ ਵਿੱਚ ਦੁੱਧ ਪਾਇਆ ਔਰ ਰਾਜਿੰਦਰ ਨੂੰ ਦੇ ਦਿੱਤਾ। ਹੀ ਡਰੈਂਕ ਇਟ, ਉਸਨੇ ਪੀ ਲਿਆ। ਸੋ ਡਿਡ ਡੈਟ ਕਮ ਫਰੋਮ ਦ ਕਾਊ, ਕਿ ਇਹ ਦੁੱਧ ਵੀ ਕਾਊ ਤੋਂ ਹੀ ਆਇਆ ਹੈ? ਉਸਨੇ ਪੁੱਛਿਆ। ਮਦਰ ਨੋਡਡ। ਨੋਡ ਮੀਨਸ ਹੁੰਦਾ ਸਿਰ ਹਿਲਾਣਾ, ਤੇ ਉਹਨਾਂ ਦੀ ਮਦਰ ਨੇ ਹਾਂ ਦੇ ਵਿੱਚ ਸਿਰ ਹਿਲਾਇਆ।
ਵੈਲ ਇਟ ਵਾਜ਼ ਸਿੰਪਲੀ ਡਿਲੀਸ਼ੀਅਸ। ਤੇ ਰਾਜਿੰਦਰ ਨੇ ਕਿਹਾ ਕਿ ਹਾਂ ਇਹ ਤਾਂ ਸਿੰਪਲੀ ਬਹੁਤ ਹੀ ਵਧੀਆ ਡਿਲੀਸ਼ੀਅਸ ਸੀ, ਟੇਸਟੀ ਸੀ। ਐਟ ਸਚ ਟਾਈਮ ਮਦਰ ਪੁੱਟ ਡਾਊਨ ਅ ਡਿਸ਼ ਆਫ ਸਵੀਟਨਡ ਐਪਲਸ ਫॉर ਰਾਜਿੰਦਰ। ਫਿਰ ਉਹਨਾਂ ਨੇ ਲੰਚ ਟਾਈਮ ਦੇ ਵਿੱਚ ਰਾਜਿੰਦਰ ਦੇ ਅੱਗੇ ਕੀ ਰੱਖਿਆ? ਸਵੀਟਨਡ ਐਪਲ, ਇੱਕ ਸਵੀਟ ਡਿਸ਼ ਹੁੰਦੀ ਹੈ, ਉਹ ਰੱਖੀ। He looked around for the custard that mother usually made for him with this dish. ਤੇ look around, ਫਿਰ ਉਹ ਇੱਧਰ ਉੱਧਰ ਆਲੇ ਦੁਆਲੇ ਦੇਖਣ ਲੱਗਿਆ ਉਸ ਕਸਟਰਡ ਨੂੰ ਦੇਖ ਰਿਹਾ ਸੀ ਕਿ ਮਦਰ ਨੇ ਅੱਜ ਕਸਟਰਡ ਨਹੀਂ ਬਣਾਇਆ ਜਿਹੜਾ ਕਿ ਅਕਸਰ ਉਸਦੀ ਮਾਂ ਬਣਾਇਆ ਕਰਦੀ ਸੀ ਇਸ ਡਿਸ਼ ਦੇ ਨਾਲ, ਮਤਲਬ ਉਹ ਸਵੀਟਨਡ ਐਪਲਸ ਦੇ ਨਾਲ ਨਾਲ ਕਸਟਰਡ ਵੀ ਬਣਾ ਕੇ ਦਿਆ ਕਰਦੀ ਸੀ। There was none, ਪਰ ਕੁਝ ਵੀ ਨਹੀਂ ਸੀ। The cow has sent you this gift instead. ਉਸਦੀ ਮਦਰ ਨੇ ਕਿਹਾ ਕਿ ਕਸਟਰਡ ਦੀ ਥਾਂ ਤੇ ਕਾਊਜ਼ ਨੇ ਕੀ ਗਿਫਟ ਭੇਜਿਆ ਹੈ? ਇਹ ਹੋਰ ਗਿਫਟ ਭੇਜਿਆ ਹੈ। said mother and she gave ਰਾਜਿੰਦਰ a little jug full of thick cream. ਤੇ ਉਹਨਾਂ ਨੇ ਰਾਜਿੰਦਰ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਜੱਗ ਫੜਾ ਦਿੱਤਾ ਜਿਹੜਾ ਕਿ thick cream, thick ਮਲਾਈ ਦੇ ਨਾਲ ਪੂਰਾ ਭਰਿਆ ਹੋਇਆ ਸੀ। how lovely it was. ਰਾਜਿੰਦਰ poured it all over his apples. ਕਿੰਨਾ ਵਧੀਆ ਲੱਗ ਰਿਹਾ ਸੀ, ਕਿੰਨਾ ਖੂਬਸੂਰਤ ਲੱਗ ਰਿਹਾ ਸੀ। ਇੱਥੇ ਲਵਲੀ ਦਾ ਮਤਲਬ ਐਕਚੁਅਲੀ ਖੂਬਸੂਰਤ ਤੋਂ ਜ਼ਿਆਦਾ ਹੈ ਕਿ ਕਿੰਨਾ ਵਧੀਆ ਲੱਗ ਰਿਹਾ ਸੀ, ਉਹ ਬਹੁਤ ਥਿਕ ਜੰਮੀ ਹੋਈ ਮਲਾਈ ਸੀ। ਰਾਜਿੰਦਰ ਨੇ ਇਹਨੂੰ ਪੋਰ ਕਰ ਲਿਆ, ਆਪਣੇ ਸਾਰੇ ਐਪਲਸ ਦੇ ਉੱਤੇ ਪਾ ਲਿਆ। ਦੇ ਟੇਸਟਡ ਮਚ ਨਾਈਸਰ ਦੈਨ ਯੂਜ਼ਲ। ਹੁਣ ਉਹ ਸਵੀਟਨਡ ਐਪਲ ਦੀ ਡਿਸ਼ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਲੱਗ ਰਹੀ ਸੀ। ਸੋ ਦੈਟ ਕਮਸ ਫਰੋਮ ਦ ਕਾਊ ਟੂ, ਸੈਡ ਦ ਲਿਟਲ ਬॉय। ਛੋਟੇ ਲੜਕੇ ਨੇ ਪੁੱਛਿਆ ਕਿ ਇਹ ਵੀ ਗਾਂ ਤੋਂ ਹੀ ਆਇਆ ਹੈ, ਗਾਂ ਤੋਂ ਹੀ ਮਿਲਿਆ ਹੈ। ਵੈਲ ਇਟ ਮਸਟ ਬੀ ਵੈਰੀ ਕਾइंड ਐਨੀਮਲ। उसने कहा कि फिर तो बहुत ही काइंड एनिमल है। येस इट इज, ऑल दीज थिंग्स आर मेड ऑफ काउ मिल्क। उसकी मदर ने कहा कि हाँ ये सब चीज़ां जिहड़ियां ने काउ मिल्क तो बनिया हुई ने। राजेंद्र वॉज सरप्राइज टू नो दैट काउ gives so much milk that his mother could make so many things out of it। राजेंद्र ये सोच के हैरान सी, सरप्राइज सी कि काउ इन्ना ज़्यादा मिल्क दे रही सन कि उसकी मदर ने सारियां चीज़ां जिहड़ियां सी ਉਹ इस काउ दे मिल्क तो ही बना लईयां सी। एट टी टाइम, फिर जो टी टाइम होया, चाह पीन का टाइम होया, तब मदर सर्वड अ लोफ ऑफ ब्रैड ऑन द टेबल विद होममेड जैम। उन्हां दी मदर ने होममेड जैम, घरे बनाए हुए जैम दे नाल एक लोफ लिया के रखता ब्रैड का। हुण लोफ ऑफ ब्रैड ते स्लाइस ऑफ ब्रैड च फर्क हुंदा है। स्लाइस हुंदा है एक टुकड़ा ब्रैड का, जदों कि जिहड़ा लोफ है उसका मतलब की हुंदा है जदों बेक की जाती है ब्रैड, तो उदों जिहड़ा पूरी वड्डी ब्रैड हुंदी है, उस पूरी वड्डी ब्रैड नूं, उस पूरे पाव नूं जिहड़ा है उहनूं लोफ कह दिंदे ने। फिर अगों उस लोफ नूं स्लाइसिस दे विच कट्टिया जांदा है, तो उन्होंने पूरा लोफ ऑफ ब्रैड लिया के रख दिता। यूजली देयर वर स्लाइसिस ऑफ ब्रैड एंड बटर। अगे आम तौर ते की होया करदा सी, स्लाइसिस हुंदे सी, लोफ नहीं हुंदा सी, ते नाल बटर होया करदा सी। लुक राजिंदर, द काउ हैज सेंट मी अ प्रेजेंट टू। राजिंदर नूं उन्होंने कहा कि देख राजिंदर, काउ ने मेरे लिए भी प्रेजेंट भेजा है, मेरे लिए भी गिफ्ट भेजा है। मदर लिफ्टेड अप द लिड ऑफ चीज डिश। मदर ने लिड चक्या, लिड मीनस ढक्कन, किसी भी बर्तन का ढक्कन जिहड़ा हुंदा दैट इज कॉल्ड लिड। उन्होंने लिड नूं उपर चक्या जिस दे विच चीज डिश पई हुई सी, चीज दी बनी हुई, पनीर दी बनी हुई डिश सी। एंड अंडरनीथ राजिंदर सॉ अ बिग लंप ऑफ होममेड चीज। ते उसने की देखिया, राजिंदर ने एक बहुत बड़ा लंप, एक बहुत बड़ी डली देखी। किसी भी चीज दी सॉलिड पीस नूं, किसी भी चीज़ दे सॉलिड पीस नूं आपां की कहने हाँ, डली कह दिंदे हाँ, जिसकी कोई भी शेप हो सकती है, तो इंग्लिश दे विच इसनूं लंप कहंदे ने। तो उसने एक वड्डी सारी डली देखी या डला देखिया होममेड चीज़ का, घरे बनाए हुए चीज़ का। मदर कट फॉर हर सैल्फ अ पीस ऑफ चीज़। मदर ने अपने लिए एक टुकड़ा पनीर का कट्टिया एंड सैड इट वॉज डिलीशियस। तो उन्होंने कहा ये टेस्टी सी। मे आई पुट सम ऑन माई लोफ, सैड राजिंदर। राजिंदर ने कहा कि मैं भी अपने लोफ के उत्ते पा सकता हाँ चीज़। ओ माई गॉड, सैड राजिंदर, वट अ नाइस फ्रेंडली क्रीचर द काउ इज। राजिंदर ने कहा कि ये तो बहुत ही नाइस है, तो बहुत ही फ्रेंडली नेचर है, दोस्ताना सुभाव है इस क्रीचर का। इनू क्रिएचर नहीं पढ़ना है, ठीक है, इनू क्रीचर पढ़ना है। क्रीचर है कोई भी जीव है जिहड़ा उसनूं आपां क्रीचर कह सकते हैं। तो कहता है कि गां तो एक बहुत ही फ्रेंडली क्रीचर है, फ्रेंडली जीव है। आई विल नॉट हेट इट एनी मोर। एनी मोर मीनस होर, इस तो बाद मैं हुण अज तो बाद बिल्कुल भी
ਨਫ਼ਰਤ ਨਹੀਂ ਕਰਾਂਗਾ। ਔਰ ਬੀ ਫਰਾਈਟਨਡ ਆਫ ਇਟ, ਫਰਾਈਟਨ ਆਫ ਮੀਨਸ ਅਫਰੇਡ ਆਫ, ਡਰਨਾ ਕਿਸੇ ਤੋਂ, ਤੇ ਮੈਂ ਹੁਣ ਇਸ ਤੋਂ ਡਰਾਂਗਾ ਹੀ ਨਹੀਂ। ਦੇਰ ਇਜ਼ ਨੋ ਰੀਜ਼ਨ ਟੂ ਬੀ, ਮਦਰ ਨੇ ਕਿਹਾ ਕਿ ਕੋਈ ਕਾਰਨ ਹੈ ਵੀ ਨਹੀਂ ਡਰਨ ਦਾ। I shall go and stand on the gate that leads to the cow fields and say thank you to the cows, said ਰਜਿੰਦਰ। ਰਜਿੰਦਰ ਨੇ ਕਿਹਾ ਕਿ ਮੈਂ ਜਾਵਾਂਗਾ ਤੇ ਉਸ ਗੇਟ ਕੋਲ ਖੜਾਂਗਾ ਜਿੱਥੇ ਕਾਊ ਫੀਲਡਸ ਵੱਲ ਨਿਕਲਦਾ ਹੈ ਰਸਤਾ, ਤੇ ਕਾਊਜ਼ ਨੂੰ ਜਿਹੜਾ ਹੈ ਉਹ ਮੈਂ ਥੈਂਕ ਯੂ ਕਹਿ ਕੇ ਆਵਾਂਗਾ। I did not know they were so kind, ਕਿਉਂਕਿ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਉਹ ਕਿੰਨੀਆਂ ਕਾਈਂਡ ਹੁੰਦੀਆਂ ਨੇ। And now ਰਜਿੰਦਰ is not a bit afraid of cows, ਤੇ ਹੁਣ ਰਜਿੰਦਰ ਜਿਹੜਾ ਹੈ ਉਹ ਬਿਲਕੁਲ ਵੀ ਕਾਊਜ਼ ਤੋਂ ਨਹੀਂ ਡਰਦਾ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਸੀ। ਐਂਡ ਹੀ ਲਾਈਕਸ them very much. He says they are his friends, ਉਹ ਕਹਿਣ ਲੱਗਦਾ ਹੈ ਕਿ ਇਹ ਤਾਂ ਉਸਦੀਆਂ ਫਰੈਂਡਸ ਨੇ। What do you say, ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਮਤਲਬ ਤੁਹਾਨੂੰ ਐਂਡ 'ਚ ਪੁੱਛਿਆ ਗਿਆ ਹੈ ਕਿ ਤੁਸੀਂ ਕਾਊਜ਼ ਦੇ ਬਾਰੇ ਕੀ ਸੋਚਦੇ ਹੋ। ਇਹ ਸੀ ਅੱਜ ਦਾ ਲੈਸਨ, ਤੇ ਹੁਣ ਚਲੋ ਦੇਖ ਲੈਂਦੇ ਹਾਂ ਇਸ ਦੇ ਕੁਐਸਚਨ ਆਨਸਰ, ਜਿਹੜੇ ਕਿ ਐਕਟੀਵਿਟੀ ਨੰਬਰ 5 ਦੇ ਅੰਡਰ ਦਿੱਤੇ ਹੋਏ ਨੇ। What is the name of the boy in the story? The name of the boy in the story is Rajinder. Where did the boy and his family come from? The boy and his family came from the city. Where does the milk come from? The milk comes from cows. What present does the mother get from the cow? The mother gets cheese from the cow. या तुसी एवें लिख सकते हो, the mother gets the present of cheese from the cow. What does the boy say about the cow at the end of the story? At the end of the story, the boy says that cows are very nice, kind, and friendly. He also says that he is not afraid of cows' now. In fact, he loves them.